बिस्मिल्लाहिर्रहमानिर्रहीम। उर्दू पॉइंट तो सोनी धरती पाकिस्तान प्रोग्राम के नाल मैं तुहाडा होस्ट चांद शकील। नाजरीन, साड़ी खुशकिस्मती है कि अज साढ़े नाल स्टूडियो दे विच ऐसी शख्सियत मौजूद है जो ना सिर्फ शायर बल्कि कहानीकार, नावल निगार, पत्रकार, खोजकार और इस तो इलावा तारीख दान भी ने। जे उन्हां बारे गल करिए तो उन्हां दी आलमी दुनिया व पाकिस्तान तो इलावा लाहौर की तारीख उत्ते उन्होंने कमांड हासिल है। अज असी उन्होंने नाल लाहौर की तारीख ते इत्थे मौजूद तारीखी इमारतों के अलावा उन्होंने अपनी शख्सियत के हवाले नाल गलबात करांगे। जनाब मुदस्सर बशीर साहब, आओ उन्होंने नाल गलबात का सिलसिला शुरू करते हैं। अस्सलाम वालेकुम सर। जी वालेकुम सलाम। जी आया नू मेहरबानी जनाब। सर बहुत शुक्रिया तुसी आए, साडे लिए टाइम दिता। मेहरबानी तुसी सद्या जनाब सानू। जी अच्छा सर, असी जिस तरह के अज लाहौर की तारीख के हवाले नाल गलबात का जड़ा मौजू है साडा। अच्छा ये दसो कि ताड़े पहले ताड़े बारे सवाल है कि तानू लाहौर की तारीख नाल इन्नी मुहब्बत क्यों, उहदी वजह की है कि तुसी लाहौर की तारीख उत्ते काम कीता? ये बड़ा एक नैचुरल जिहा है काम कि ਇਹਦੇ ਵਿੱਚ ਤੁਹਾਡਾ ਆਲਾ ਦੁਆਲਾ ਬਹੁਤ ਇੰਪੋਰਟੈਂਟ ਹੁੰਦਾ ਹੈ। ਪੰਜਵੀਂ ਤੱਕ ਮੈਨੂੰ ਮੇਰੇ ਅੱਬਾ ਜੀ ਨੇ ਅੰਗਰੇਜ਼ੀ ਸਕੂਲ ਹੀ ਪੜ੍ਹਾਇਆ। ਉਹਦੇ ਬਾਅਦ ਗਵਰਨਮੈਂਟ ਮੁਸਲਿਮ ਮਾਡਲ ਸਕੂਲ ਸਾਨੂੰ ਦਾਖਲ ਕਰਾ ਦਿੱਤਾ ਗਿਆ, ਮੈਂ ਤੇ ਮੇਰੇ ਭਾਈ ਨੂੰ। ਉਧਰ ਇੱਕ ਬੜੀ ਟ੍ਰੈਡੀਸ਼ਨ ਸੀ, ਜ਼ਿਆਦਾ ਪੀਰੀਅਡ ਸੀ ਕਿ ਜਿਸ ਵੇਲੇ ਕੋਈ ਵੀ ਇਕਬਾਲ ਡੇ ਜਾਂ ਕੋਈ ਇੰਝ ਦਾ ਕੋਈ ਕੰਮ ਹੁੰਦਾ ਸੀ ਤੇ ਉਹ ਬੱਚਿਆਂ ਨੂੰ ਨਾ ਫਿਰ ਲੈ ਜਾਂਦੇ ਸਨ ਜੀ ਆਇਆਂ ਨੂੰ ਆਖਣ ਨੂੰ, ਉਹਨਾਂ ਨੂੰ ਸੈਲੀਬ੍ਰੇਟ ਕਰਨ ਨੂੰ, ਸਾਨੂੰ ਹਾਥੀ ਝੰਡੀਆਂ ਵੀ ਫੜਾ ਦੇਣੀਆਂ। ਤੇ ਉਰਦੂ ਬਾਜ਼ਾਰ ਇਟਸੈਲਫ ਉਹ ਪੁਰਾਣਾ ਉਹਦਾ ਨਾਮ ਮੋਹਨ ਲਾਲ ਰੋਡ ਸੀ। ਉਰਦੂ ਬਾਜ਼ਾਰ ਤੇ ਪਾਕਿਸਤਾਨ ਬਣਨ ਦੇ ਬਾਅਦ ਬਣਿਆ ਉਹਦਾ ਨਾਮ। ਤੇ ਉੱਧਰੋਂ ਅਸੀਂ ਅੰਦਰੂਨ ਪਾਰਟੀ ਤੋਂ ਹੁੰਦੇ ਕਿਲੇ ਦੀ ਸਾਰੀ ਥਾਵਾਂ ਜਾਣੀਆਂ, ਦੇਖਣੀਆਂ। ਫਿਰ ਮੇਰੇ ਨਾਨਕੇ ਉਹ ਕਈ ਪੀੜ੍ਹੀਆਂ ਤੋਂ ਲਾਹੌਰ ਦੇ ਵਾਸੀ ਨੇ। ਮੇਰੇ ਜਿਹੜੇ ਨਾਨਾ ਜੀ ਸਨ ਉਹ ਲਾਹੌਰ ਦੇ ਕਾਜ਼ੀਆਂ ਵਿੱਚੋਂ ਸਨ। ਰਣਜੀਤ ਸਿੰਘ ਦੇ ਪੀਰੀਅਡ ਦੇ ਵੀ ਜਿਹੜਾ ਸਭ ਤੋਂ ਸ਼ਹਿਰ ਦਾ ਵੱਡਾ ਕਾਜ਼ੀ ਸੀ, ਕਾਜ਼ੀ ਅੱਲਾ ਦਿੱਤਾ, ਉਹ ਮੇਰੇ ਨਾਨੇ ਦਾ ਦਾਦਾ ਹੈਗਾ ਸੀ। ਅਤੇ ਮੈਂ ਬਹੁਤ ਸਾਰੀਆਂ ਥਾਵਾਂ ਉੱਥੇ ਵੀ ਦੇਖੀਆਂ ਫਿਰੀਆਂ। ਫਿਰ ਸ਼ਹਿਰ ਨੂੰ ਆਪਣੇ ਸਾਹਮਣੇ ਬਰਬਾਦ ਹੁੰਦੇ ਵੀ ਦੇਖਿਆ। ਅਤੇ ਉਹ ਲੱਗ ਰਿਹਾ ਸੀ ਕਿ ਨਹੀਂ ਯਾਰ, ਇਹ ਕੁਛ ਨਾ ਕੁਛ ਕਿਸੇ ਨਾ ਕਿਸੇ ਹਵਾਲੇ ਨਾਲ ਇਹਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੀਦਾ ਹੈ, ਭਾਵੇਂ ਲਿਖਤ ਦੇ ਰਾਹੀਂ ਕਰੀਏ, ਕਿਸੇ ਹੋਰ ਰਾਹੀਂ ਕਰੀਏ। ਅਤੇ ਇਹੋ ਹੀ ਸਮਝ ਲੱਗੀ ਕਿ ਚਲੋ ਥੋੜ੍ਹਾ ਥੋੜ੍ਹਾ ਲਿਖਣਾ ਸ਼ੁਰੂ ਕਰਨੇ ਆ। ਅਤੇ ਫਿਰ ਜਿਸ ਵੇਲੇ ਲਿਖਣਾ ਸ਼ੁਰੂ ਕੀਤਾ ਫਿਰ ਡੈਫੀਨੇਟਲੀ ਜਿਹੜੇ ਖੋਜ ਪਰਖ ਦੇ ਪੁਰਾਣੇ ਤਰੀਕੇ ਹੁੰਦੇ ਨੇ, ਨਵੇਂ ਤਰੀਕੇ ਹੁੰਦੇ ਨੇ, ਉਹਨਾਂ ਨੂੰ ਵਰਤਿਆ ਜਾਂਦਾ ਹੈਗਾ। ਅਤੇ ਇਸੇ ਤਰ੍ਹਾਂ ਹੀ ਫਿਰ ਲਾਹੌਰ 'ਤੇ ਲਿਖਣਾ ਸ਼ੁਰੂ ਕਰਤਾ। ਅੱਛਾ ਤੁਸੀਂ ਜਿਸ ਤਰ੍ਹਾਂ ਕਿ ਗੱਲ ਕੀਤੀ ਲਾਹੌਰ ਦੇ ਵਿੱਚ, ਵੈਸੇ ਤਾਂ ਬਹੁਤ ਸਾਰੀਆਂ ਤਾਰੀਖੀ ਇਮਾਰਤਾਂ ਨੇ, ਬਹੁਤ ਸਾਰੇ ਕਿਲਾ ਵੀ ਹੈ ਜਿਸ ਤਰ੍ਹਾਂ ਸ਼ਾਹੀ ਕਿਲਾ ਜਾਂ ਹੋਰ ਵੀ, ਲੇਕਿਨ ਕੁਝ ਐਸੀਆਂ ਇਮਾਰਤਾਂ ਵੀ ਹੈਗੀਆਂ ਨੇ ਜਿਹੜੀਆਂ ਲੋਕਾਂ ਦੀ ਨਜ਼ਰ ਤੋਂ ਦੂਰ ਨੇ, ਯਾਨੀ ਕਿ ਲੋਕ ਉੱਥੇ ਜਾਂਦੇ ਨਹੀਂ। ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਉਸ ਬਾਰੇ ਕੁਝ ਦੱਸ ਸਕਦੇ ਹੋ ਕਿ ਉਹ ਅਗਰ ਜਾਣ ਉਹ ਜ਼ਿਆਦਾ ਜਿਹੜਾ ਉਹਦੇ ਤੋਂ ਫਾਇਦਾ ਚੁੱਕ ਸਕਦੇ ਨੇ, ਆਪਣੀ ਜਿਹੜੀ ਹਿਸਟਰੀ ਹੈ ਉਹਨੂੰ ਜਾਣ ਸਕਦੇ ਨੇ? ਉਹ ਮਸਲਾ ਹੈਗਾ ਕਿ ਇਹਨਾਂ ਨੇ ਪਿਛਲੇ 25-30 ਸਾਲਾਂ ਦੇ ਵਿੱਚ ਥਾਵਾਂ ਨੂੰ ਇੰਨੀ ਤੇਜ਼ੀ ਨਾਲ ਬਰਬਾਦ ਕੀਤਾ ਕਿ ਹੁਣ ਉਹ ਬਹੁਤ ਰੇਅਰ ਹੋ ਗਈਆਂ ਨੇ। ਅਦਰਵਾਈਜ਼ 70s ਤੱਕ ਬਹੁਤ ਸਾਰੀਆਂ ਥਾਵਾਂ ਅਵੇਲੇਬਲ ਸਨ ਜਿੱਥੇ ਜਾਇਆ ਜਾ ਸਕਦਾ ਸੀ, ਦੇਖਿਆ ਜਾ ਸਕਦਾ ਸੀ। ਲੇਕਿਨ ਹੁਣ ਵੀ ਤੁਸੀਂ ਜੇ ਲੋਹਾਰੀ ਦਰਵਾਜ਼ੇ ਦੇ ਅੰਦਰ ਜਾਓ ਅਤੇ ਮੇਰਾ ਖਿਆਲ ਹੈ ਕਿ ਮੌਜੂਦ ਹਾਲਤ ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਮਸਜਿਦ ਹੈਗੀ ਹੈ ਉਹ ਨੀਵੀਂ ਮਸੀਤ ਹੈਗੀ ਹੈ, ਜਿਹੜੀ ਮੇਨ ਰੋਡ ਤੋਂ ਥੱਲੇ ਉਤਰ ਕੇ ਕੋਈ 19 ਦੇ ਕਰੀਬ ਪੌੜੀਆਂ ਲੱਥ ਕੇ ਉਹ ਹੈ ਵੇ। ਉਹ ਵੀ ਆਪਣੇ ਵੇਲੇ ਦੀ ਇੱਕ ਬੜੀ ਕਮਾਲ ਕਿਸਮ ਦੀ ਮਸੀਤ ਉਹਨਾਂ ਨੇ ਉਸਾਰੀ ਸੀ ਕਿ ਜਿਹਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਉਹਦਾ ਸੀਵਰੇਜ ਮੇਨਟੇਨ ਕੀਤਾ ਸੀ, ਕੀ ਹਿਸਾਬ ਸੀ ਕਿ ਅੱਜ ਵੀ ਹੋਣ ਦੇ ਬਾਵਜੂਦ ਵੀ ਉੱਥੇ ਪਾਣੀ ਦੀ ਅਵੇਲੇਬਿਲਿਟੀ ਹਰ ਸ਼ੈ ਮੌਜੂਦ ਹੈਗੀ ਹੈ ਅਤੇ ਉਹ ਦੇਖੀ ਜਾ ਸਕਦੀ ਹੈ। ਅਦਰਵਾਈਜ਼ ਹੁਣ ਤਾਂ ਲਾਹੌਰ ਫੋਰਟ ਜਿਹੜਾ ਹੈਗਾ ਮੋਸਟ ਜਿਹੜਾ ਕਦੀਮ ਹੈ ਉਹਨੂੰ ਤੁਸੀਂ ਕਹਿ ਸਕਦੇ ਹੋ। ਫਿਰ ਅਯਾਜ਼ ਜਿਹੜਾ ਮਹਿਮੂਦ ਦੇ ਵੇਲੇ ਦਾ ਜਿਹੜਾ ਮਜ਼ਾਰ ਹੈਗਾ, ਲੇਕਿਨ ਉਹਦਾ ਸਟਰਕਚਰ ਬਹਰਹਾਲ ਉਹ ਨਹੀਂ ਹੈਗਾ। ਨਿਸ਼ਾਨੀ ਅਯਾਜ਼ ਦੀ ਹੈ ਮਹਿਮੂਦ ਗਜ਼ਨਵੀ ਦੇ ਵੇਲੇ ਦੀ, ਉਹ ਤੁਹਾਨੂੰ ਰੰਗ ਮਹਿਲ ਸਕੂਲ ਦੇ ਸਾਹਮਣੇ ਮਿਲਦੀ ਹੈਗੀ ਹੈ, ਉਹਨੂੰ ਦੇਖਿਆ ਜਾ ਸਕਦਾ ਹੈ। ਅਦਰਵਾਈਜ਼ ਹੁਣ ਉਹ ਗਿਣੀਆਂ ਚੁਣੀਆਂ ਹੀ ਉਹ ਥਾਵਾਂ ਹੀ ਨੇ ਜਿਹੜੀਆਂ ਕਿ ਲੋਕ ਵਿਜ਼ਿਟ ਕਰ ਸਕਦੇ ਨੇ, ਦੇਖ ਸਕਦੇ ਨੇ। ਅੱਛਾ, ਲਾਹੌਰ ਦੇ ਵਿੱਚ ਜਿਹੜਾ ਹੈ ਸਭ ਤੋਂ ਜ਼ਿਆਦਾ ਕਿਸ ਹੁਕਮਰਾਨ ਨੇ ਜਿਹੜੀਆਂ ਤਾਰੀਖੀ ਇਮਾਰਤਾਂ ਜਾਂ ਬਿਲਡਿੰਗ ਜਾਂ ਕੁਝ ਬਾਗ ਬਣਵਾਏ, ਸਭ ਤੋਂ ਜ਼ਿਆਦਾ ਕਿਸ ਬਾਦਸ਼ਾਹ ਦੇ ਦੌਰ ਦੇ ਵਿੱਚ ਬਣੀਆਂ? ਐਕਚੁਅਲੀ ਹਰ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਕੰਸਟਰਕਸ਼ਨ ਹੁੰਦੀ ਰਹੀ, ਲੇਕਿਨ
ਇਨ ਮੁਗਲ ਪੀਰੀਅਡ ਜਾਂ ਉਸ ਤੋਂ ਪਹਿਲਾਂ ਜਿਹੜਾ ਸੀ ਜਿਹੜਾ ਤੁਹਾਡਾ ਕੈਪੀਟਲ ਹੁੰਦਾ ਸੀ, ਦਾਰੁਲ ਹਕੂਮਤ ਸੀ, ਉਹ ਦਿੱਲੀ ਰਿਹਾ। ਅਕਬਰ ਨੂੰ ਜਿਸ ਵੇਲੇ ਦੁੱਲੇ ਭੱਟੀ ਤੇ ਉਹਦੇ ਪਿਓ ਦੀ ਵਜ੍ਹਾ ਤੋਂ ਇੱਥੇ ਬਹੁਤ ਜ਼ਿਆਦਾ ਰਿਵੋਲਟ ਫੈਲਿਆ, ਅਕਬਰ ਨੂੰ 15 ਸਾਲ ਵਾਸਤੇ ਜਿਹੜਾ ਹੈਗਾ ਲਾਹੌਰ ਨੂੰ ਕੈਪੀਟਲ ਬਣਾਉਣਾ ਪਿਆ। ਉਹ ਆ ਕੇ ਲਾਹੌਰ ਉਹਨੇ ਡੇਰੇ ਲਾਏ। ਉਸ ਪੀਰੀਅਡ ਵਿੱਚ ਬਹੁਤ ਸਾਰੀ ਇਮਾਰਤਾਂ ਬਣੀਆਂ, ਬਹੁਤ ਸਾਰੇ ਨਵੇਂ ਮਹੱਲੇ ਆਬਾਦ ਹੋਏ, ਬਹੁਤ ਬੜੀ ਕੰਸਟਰਕਸ਼ਨ ਹੋਈ। ਫਿਰ ਉਹਦੇ ਬਾਅਦ ਚੂँਕਿ ਰਾਵੀ ਦਾ ਇੱਕ ਆਪਣਾ ਮਿਸਮਰਿਜ਼ਮ ਸੀ, ਸ਼ਹਿਰ ਤੇ ਵਸਦੇ ਹੀ ਦਰਿਆਵਾਂ ਦੇ ਕੰਢੇ ਤੇ ਨੇ, ਤੇ ਇੱਕ ਖਾਸ ਕਿਸਮ ਦੀ ਆਬੋ ਹਵਾ ਤੇ ਉਹ ਰੈਤਲ ਦਾ ਸੀ, ਤੇ ਜਹਾਂਗੀਰ ਵੀ ਇੱਥੇ ਬਹੁਤ ਰਿਹਾ। ਲੇਕਿਨ ਹਾਜ਼ਰ ਜਿਹੜੀ ਇਮਾਰਤ ਹੈਗੀਆਂ ਉਹਦੇ ਵਿੱਚ ਮੇਰਾ ਖਿਆਲ ਹੈਗਾ ਕਿ ਨਵਾਬ ਵਜ਼ੀਰ ਖਾਨ ਦੀ ਜਿਹੜੀ ਕੰਸਟਰਕਟਿਡ ਬਿਲਡਿੰਗ ਜਿਹੜੀਆਂ ਨੇ ਤੁਹਾਨੂੰ ਕਾਫੀ ਸਾਰੀ ਮਿਲ ਜਾਂਦੀਆਂ ਨੇ ਜੀ, ਕਿ ਮਸਜਿਦ ਵਜ਼ੀਰ ਖਾਨ ਉਹਦੀ ਬਣਾਈ ਹੋਈ ਹੈ। ਫਿਰ ਤੁਹਾਨੂੰ ਜਿਹੜਾ ਸ਼ਾਹੀ ਹਮਾਮ ਹੈ ਉਹ ਨਵਾਬ ਵਜ਼ੀਰ ਖਾਨ ਦਾ ਕੰਸਟਰਕਟ ਕੀਤਾ ਹੈ। ਈਵਨ ਕਿ ਜਿਹੜੀ ਪੰਜਾਬ ਪਬਲਿਕ ਲਾਇਬ੍ਰੇਰੀ ਦੇ ਨਾਲ ਜਿਹੜੀ ਬਾਰਾਦਰੀ ਹੈਗੀ ਹੈ, ਇਹ ਵੀ ਨਵਾਬ ਵਜ਼ੀਰ ਖਾਨ ਦਾ ਹੀ ਇੱਕ ਬਾਗ ਹੈਗਾ ਸੀ, ਇਹ ਉਹਦੀ ਬਾਰਾਦਰੀ ਹੈਗੀ ਹੈ, ਜਿਹਦੇ ਨਾਲ ਬ੍ਰਿਟਿਸ਼ ਪੀਰੀਅਡ ਦੇ ਵਿੱਚ ਉਸ ਬਾਗ ਦੇ ਵਿੱਚ ਉਹਨਾਂ ਨੇ ਲਾਹੌਰ ਮਿਓ ਸਕੂਲ ਆਫ ਆਰਟਸ, ਜਿਹਨੂੰ ਤੁਸੀਂ NCA ਹੁਣ ਕਹਿੰਦੇ ਹੋ, ਤੇ ਨਾਲ ਪੰਜਾਬ ਪਬਲਿਕ ਲਾਇਬ੍ਰੇਰੀ, ਉਹ ਅਸਲ ਵਿੱਚ ਉਸੇ ਬਾਗ ਦੇ ਵਿੱਚ ਉਹਨਾਂ ਨੇ ਇਹ ਸਾਰੀ ਕੰਸਟਰਕਸ਼ਨ ਕੀਤੀ। ਉਹ ਦਰਮਿਆਨ ਦੇ ਵਿੱਚ ਅੱਜ ਵੀ ਅਗਰ ਜਾਈਏ ਤਾਂ ਹਾਂਜੀ, ਉਹ ਬਾਰਾਦਰੀ ਉੱਥੇ ਮੌਜੂਦ ਹੈ, ਉੱਥੇ ਲੋਕ ਅਖਬਾਰ ਵਗੈਰਾ ਪੜ੍ਹ ਰਹੇ, ਬਲਕਿ NCA ਦੇ ਉਹਦੇ ਬਾਰਾਦਰੀ ਦੇ ਦਰਮਿਆਨ ਹੁਣ ਤੇ ਦੀਵਾਰ ਹੋ ਗਈ ਹੋਈ ਜੀ ਕਿ ਉਹ ਨਾਲ ਹੀ ਉਹਦੇ ਹੈਗੀ ਲਾਇਬ੍ਰੇਰੀ ਵੀ ਹੈ। ਅੱਛਾ, ਇਹ ਦੱਸੋ ਕਿ ਟੂਰਿਜ਼ਮ ਨੂੰ ਕਿਸ ਤਰ੍ਹਾਂ ਸਪੋਰਟ ਕੀਤਾ ਜਾ ਸਕਦਾ ਹੈ? ਕਿ ਆਪਣੇ ਤੌਰ ਤੇ ਸਰਕਾਰੀ ਸੱਤਾ ਤੇ ਚਲੋ ਕੁਝ ਜੋ ਹੋ ਰਿਹਾ, ਲੇਕਿਨ ਜਿਸ ਤਰ੍ਹਾਂ ਤੁਹਾਡੇ ਵਰਗੇ ਬੰਦੇ ਹੈਗੇ, ਤੁਸੀਂ ਵੀ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਹੋ, ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਦਿਖਾਉਂਦੇ ਹੋ ਲਾਹੌਰ ਦੀਆਂ ਜਿਹੜੀਆਂ ਤਾਰੀਖੀ ਇਮਾਰਤਾਂ ਨੇ ਜਾਂ ਦੂਸਰੇ ਵੀ, ਜਿਸ ਤਰ੍ਹਾਂ ਇਸ ਤਰ੍ਹਾਂ ਕਿਸ ਤਰ੍ਹਾਂ ਸਪੋਰਟ ਕੀਤਾ ਜਾ ਸਕਦਾ ਹੈ ਆਪਣੇ ਤੌਰ ਦੇ ਉੱਤੇ? ਦੇਖੋ, ਜਿਹੜਾ ਮੇਰਾ ਸਕੂਲਸ ਨੂੰ ਲੈ ਕੇ ਜਾਣ ਦਾ ਹੈਗਾ ਨਾ, ਉਹਦੀ ਰੀਜ਼ਨ ਤਾਂ ਇਹ ਹੀ ਹੈ ਕਿ ਮੈਨੂੰ ਇਹ ਹੁਣ ਲੱਗ ਰਿਹਾ ਸੀ ਕਿ ਮੈਂ ਅਖਬਾਰਾਂ 'ਚ ਬਹੁਤ ਲਿਖ ਲਿੱਤਾ ਹੈ, ਕਿਤਾਬਾਂ ਵੀ ਆ ਗਈਆਂ ਨੇ, ਲੇਕਿਨ ਇਹ ਕਾਫੀ ਨਹੀਂ ਹੈਗਾ। ਹੁਣ ਫਿਰ ਮੈਨੂੰ ਲੱਗਿਆ ਕਿ ਨਹੀਂ ਯਾਰ, ਅਸੀਂ ਜਿਹੜਾ ਹੈਗਾ ਨਾ ਕੁਝ ਬੱਚਿਆਂ ਨੂੰ ਲੈ ਕੇ ਜਾਣਾ ਸ਼ੁਰੂ ਕਰੀਏ, ਥੋੜ੍ਹੀ ਉਹਨਾਂ ਨੂੰ ਜਾਣਕਾਰੀ ਮਿਲੇ, ਉਹਨਾਂ ਨੂੰ ਸਮਝ ਮਿਲੇ। ਉਹਦੀ ਵਜ੍ਹਾ ਇਹ ਹੈ ਕਿ ਸਰਕਾਰਾਂ ਨੇ ਕਦੇ ਵੀ ਵੈਲਿਊ ਨਹੀਂ ਕੀਤਾ ਹਿਸਟਰੀ ਨੂੰ। ਪ੍ਰਾਨ ਨੋਇਲ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜਦੋਂ ਉਹ ਲਾਹੌਰ ਪੜ੍ਹਦੇ ਸਨ ਤੇ ਉਹ ਇੱਕ ਜੁਮਲਾ ਉਹਨਾਂ ਨੇ ਲਿਖਿਆ ਕਿ ਲਾਹੌਰ ਦੇ ਜੋਗਰਾਫੀਆ ਦੇ ਵਿੱਚ ਉਹਨਾਂ ਨੂੰ ਲਾਹੌਰ ਦੇ ਦਰਵਾਜ਼ੇ ਵੀ ਪੜ੍ਹਾਏ ਜਾਂਦੇ ਸਨ। ਇਹਦਾ ਮਤਲਬ ਹੈ ਕਿ ਲਾਹੌਰ ਦੇ ਦਰਵਾਜ਼ਿਆਂ ਦੇ ਇਲਾਵਾ ਵੀ ਉਹਨਾਂ ਨੂੰ ਬਹੁਤ ਕੁਝ ਪੜ੍ਹਾਇਆ ਜਾਂਦਾ ਹੋਏਗਾ। ਹੁਣ ਕਿਹੜੇ ਕੋਰਸਿਸ ਵਿੱਚ ਲਾਹੌਰ ਜਾਂ ਕੋਈ ਹੋਰ ਹਿਸਟਰੀ ਹੈ ਨਾ, ਹਿਸਟਰੀ ਤਾਂ ਇਹਨੂੰ ਉਹ ਨਹੀਂ ਕਰਦੇ ਹੈਗੇ। ਬੇਸ਼ੁਮਾਰ ਸ਼ੈਵਾਂ ਨੇ, ਚੂँਕਿ ਹਿਸਟਰੀ ਦੇ ਮਾਖਜ਼ ਵੀ ਇਹਨਾਂ ਦੇ ਕੋਲ ਇੱਕ ਆਪਣੇ ਨੈਰੇਟਿਵ ਦੇ ਨਾਲ ਹੈਗੇ ਨੇ, ਉਂਝ ਦੇ ਹੈ ਵੀ ਨਹੀਂ। ਹਿਸਟਰੀ ਦੇ ਮਾਮਲੇ ਬਿਲਕੁਲ ਹੀ ਵਿਗੜੇ ਪਏ ਨੇ, ਉਂਝ ਦਾ ਮਾਮਲਾ ਰਿਹਾ ਨਹੀਂ ਆਇਆ। ਜਿਹੜੀ ਸਰਕਾਰਾਂ ਦੀ ਗੱਲ ਇਹ ਹੈ ਕਿ ਇੱਕ ਵਾਰੀ ਇੱਕ ਮੈਂ ਮਜ਼ਮੂਨ ਲਿਖਿਆ, ਭੈਰੋ ਕਾ ਸਥਾਨ ਇਛਰਿਆ ਇੱਕ ਬਹੁਤ ਵੱਡਾ ਮੰਦਿਰ ਹੈਗਾ, ਤੇ ਉਹ ਛਪਿਆ। ਉਹ ਫਿਰ ਮੈਨੂੰ ਕੁਝ ਈਮੇਲਸ ਆਈਆਂ ਇੱਕ ਦੋ ਬਾਰੋਂ ਹਿੰਦੂ ਧਰਮ ਦੇ ਲੋਕਾਂ ਦੀਆਂ, ਤੇ ਉਹਨਾਂ ਨੇ ਮੇਰੇ ਕੋਲ ਪੁੱਛਿਆ ਕਿ ਇੰਦੇ ਹੋਰ ਕਿੰਨੇ ਕੁ ਤੁਹਾਡੇ ਕੋਲ ਲਾਹੌਰ ਦੇ ਮੰਦਿਰ ਮੌਜੂਦ ਨੇ? ਮੈਂ ਕਿਹਾ ਯਾਰ 5-7 ਤੇ ਕਮ ਸੇ ਕਮ ਹੈ ਨੇ। ਸੀਤਲਾ ਮੰਦਿਰ ਹੈਗਾ, ਉਹਦੇ ਇਲਾਵਾ ਸਰ ਗੰਗਾ ਰਾਮ ਦੀ ਜਿਹੜੀ ਇਹ ਸਮਾਧੀ ਇੱਥੇ ਮੌਜੂਦ ਹੈਗੀ ਹੈ। ਤੇ ਉਹਨੇ ਕਿਹਾ ਕਿ ਜੇ ਤੁਸੀਂ ਇਹਨਾਂ 3-4 ਨੂੰ ਹੀ ਕਰ ਲਓ ਨਾ, ਤੇ ਤੁਹਾਡੇ ਕੋਲ ਹਿੰਦੂ ਟੂਰਿਸਟ ਇੰਨਾ ਜ਼ਿਆਦਾ ਆ ਜਾਵੇ ਕਿ ਤੁਹਾਡੇ ਕੋਲ ਸੰਭਾਲਿਆ ਨਾ ਜਾਵੇ। ਲੇਕਿਨ ਉਹ ਮੈਂ ਅਰਜ਼ ਕੀਤੀ ਨਾ, ਚੂँਕਿ ਸਰਕਾਰਾਂ ਦੀ ਇਹ ਪ੍ਰਾਇਓਰਿਟੀ ਨਹੀਂ ਹੈਗੀ ਜੀ, ਸਰਕਾਰਾਂ ਨੂੰ ਇਹਦੇ ਨਾਲ ਕੋਈ ਮਾਮਲਾ ਨਹੀਂ ਹੈਗਾ। ਇਹ ਆਪਣੇ ਰਾਹੀਂ ਹੈਗਾ, ਤੁਸੀਂ ਜਿਸ ਤਰ੍ਹਾਂ ਸੋਚਦੇ ਹੋ, ਸਮਝਦੇ ਹੋ, ਜਾਂ ਜਿਸ ਤਰ੍ਹਾਂ ਅੱਜ ਤੁਹਾਡੇ ਇਸ ਚੈਨਲ ਨੇ ਇੱਕ ਥੋੜ੍ਹਾ ਜਿਹਾ ਪਲੇਟਫਾਰਮ ਸਾਨੂੰ ਦਿੱਤਾ ਹੈ ਕਿ ਵੀ ਅਸੀਂ ਲਾਹੌਰ ਦੀ ਹਿਸਟਰੀ ਦੇ ਉੱਤੇ ਗੱਲ ਕਰਦੇ ਰਹੀਏ। ਐਵੇਂ ਹੋਰ ਥਾਵਾਂ ਦੇ ਉੱਤੇ ਵੀ ਥੋੜ੍ਹੀ ਗੱਲ ਹੁੰਦੀ ਰਹੇ, ਲੇਕਿਨ ਫਿਰ ਵੀ ਇਹ ਕਾਫੀ ਨਹੀਂ ਹੈ। ਇਹ ਲੋਕਾਂ ਨੂੰ ਜਦੋਂ ਤੱਕ ਆਗੇ ਹੀ ਨਹੀਂ ਹੋਏਗੀ, ਲੋਕਾਂ ਨੂੰ ਸਮਝ ਨਹੀਂ ਆਏਗੀ, ਤੇ ਹਿਸਟਰੀ ਦਾ ਜਿਹੜਾ ਹੈਗਾ ਨਾ, ਤੇ ਇਮਾਰਤ ਦਾ ਤਕੱਦੁਸ ਜਿਹੜਾ ਹੈਗਾ ਉਹ ਨਹੀਂ ਸਮਝ ਆ ਸਕਦਾ। ਅੱਛਾ, ਦੂਸਰਾ ਹੈ ਕਿ ਜਿਸ ਤਰ੍ਹਾਂ ਕਿ ਖੋਜ ਨੂੰ, ਪਰਖ ਨੂੰ ਔਰ ਤਾਰੀਖ ਨੂੰ ਇੱਕ ਖੁਸ਼ਕ ਸਬਜੈਕਟ ਸਮਝਿਆ ਜਾਂਦਾ ਹੈ, ਤੇ ਲੋਕ ਇਹਦੇ ਵਿੱਚ ਬਹੁਤ ਘੱਟ ਆਉਂਦੇ ਨੇ। ਅੱਜ ਦੀ ਨੌਜਵਾਨ ਨਸਲ ਨੂੰ ਇਸ ਪਾਸੇ ਲਿਆਉਣ ਲਈ ਕੀ ਤੁਹਾਡੇ ਕੋਲ ਤਜਾਵੀਜ਼ ਨੇ ਕਿ ਉਹ ਇਸ ਪਾਸੇ ਆ ਸਕਦੇ ਨੇ ਆਸਾਨੀ ਨਾਲ? ਕਿਉਂਕਿ ਗੋਇਆ ਕਿ ਮੈਂ ਆਪ ਸਮਝਣਾ ਹਾਂ ਕਿ ਇਸ ਤਰ੍ਹਾਂ ਖੁਸ਼ਕ ਹੈਗਾ ਸਬਜੈਕਟ ਨਾ, ਲੋਕ ਐਡੀ ਜਲਦੀ ਇਸ ਪਾਸੇ ਆਉਂਦੇ ਨਹੀਂ। ਇਹ ਸਿਰਫ ਸਾਡੇ ਇੱਥੇ ਖੁਸ਼ਕ ਹੈਗਾ, ਅਦਰਵਾਈਜ਼ ਇਹ ਬਹੁਤ ਦਿਲਚਸਪ ਹੈ ਵੇ। ਤੁਸੀਂ ਅੱਜ ਵੀ ਦੇਖੋ ਕਿ ਅੱਜ ਤੋਂ 25-30 ਸਾਲ ਪਹਿਲੇ ਜਿਸ ਵਕਤ ਬੱਚਿਆਂ ਦਾ ਇੱਕ ਲੱਗਦਾ ਸੀ ਅਲਿਫ ਲੈਲਾ, ਤੇ ਤਾਰੀਖੀ ਬੇਸਡ ਪੁਰਾਣੀਆਂ ਕਹਾਣੀਆਂ ਹੁੰਦੀਆਂ ਸਨ ਨਾ, ਤੇ ਬੱਚੇ ਤੇ ਸਾਰੇ ਲੋਕ ਵੱਡੇ ਵੀ ਉਹਨੂੰ ਕਿੰਨੀ ਖੁਸ਼ੀ ਨਾਲ ਦੇਖਦੇ ਸਨ। ਮਾਮਲਾ ਇਹ ਹੈਗਾ ਕਿ ਸਾਡੇ ਇੱਧਰ ਦੇ ਜਿਹੜੇ ਕੋਰਸਿਸ ਡਿਵੈਲਪ ਹੋਏ ਉਹ ਮੋਸਟਲੀ ਟਰਾਂਸਲੇਸ਼ਨਸ ਹੈਗੀਆਂ ਸਨ। ਉਹ ਟਰਾਂਸਲੇਸ਼ਨਸ ਇੰਨੀਆਂ ਉਹਨਾਂ ਨੇ ਔਖੀਆਂ ਕੀਤੀਆਂ,
ਉਹਨਾਂ ਨੂੰ ਇੰਨਾ ਮੁਸ਼ਕਿਲ ਬਣਾ ਛੱਡਿਆ। ਫਿਰ ਉਂਝ ਦੀ ਜਿਹੜੇ ਹਿਸਟਰੀ ਦੇ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਦੀ ਟ੍ਰੇਨਿੰਗ ਵੀ ਨਾ ਹੋਈ, ਲੇਕਿਨ ਪ੍ਰੋਫੈਸਰ ਅਸਲਮ ਵਰਗੇ ਜਿਹੜੇ ਬੰਦੇ ਨੇ ਉਹਨਾਂ ਕੋਲ ਤੇ ਉਹ ਲੋਕ ਵੀ ਜਾਂਦੇ ਸਨ ਜਿਨ੍ਹਾਂ ਦਾ ਹਿਸਟਰੀ ਸਬਜੈਕਟ ਨਹੀਂ ਹੈਗਾ ਸੀ, ਉਹ ਵੀ ਉਹਨਾਂ ਦੀ ਗੱਲਬਾਤ ਸੁਣਨ ਜਾਂਦੇ ਸਨ। ਹੁਣ ਪ੍ਰੋਫੈਸਰ ਅਸਲਮ ਦੀ ਇੰਟਰਸਟਿੰਗ ਕਿਸ ਤਰ੍ਹਾਂ ਬਣਾਉਂਦੇ ਨੇ ਲੋਕ ਕਿ ਪ੍ਰੋਫੈਸਰ ਅਸਲਮ ਰਹਿੰਦੇ ਸਨ ਸਮਨਾਬਾਦ ਵਿੱਚ, ਤੇ ਕਿਸੇ ਵੀ ਸਟੂਡੈਂਟ ਨੇ ਪੁੱਛਣਾ ਨਾ ਕਿ ਸਰ ਤੁਹਾਡੇ ਘਰ ਦਾ ਐਡਰੈਸ ਕੀ ਹੈਗਾ, ਤੇ ਉਹਨਾਂ ਨੇ ਕਹਿਣਾ कि तुम बताओ हज़रत नूह की उम्र कितनी थी, उन्हें कहना जी 950 साल। तो नूह का नाम किससे शुरू होता है? एन से। हाँ, तो 950 एन है समनाबाद मेरा घर। तो किस तरह इंटरस्टिंग बना दें, तो ये तो बड़ी मज़ेदार जगह ही ने, लोग जानना चाहते हैं, देखना चाहते हैं। अज भी हिस्टरी बेस तुसी फिल्मां देख लो, रिसेंटली जी पद्मावती तुसी आई है, कंट्रोवर्सी हो गई, कंट्रोवर्सी होने के बावजूद भी लोगों का इंटरस्ट वो कितना है, ਲੋਕ ਕਿਸ ਤਰ੍ਹਾਂ ਉਹਨੂੰ ਦੇਖਣਾ ਚਾਹ ਰਹੇ ਨੇ। ਅੱਛਾ, ਇਹ ਤੇ ਹੋ ਗਿਆ ਤੁਹਾਡਾ ਇੱਕ ਜਿਹੜਾ ਖੋਜਕਾਰੀ ਪਰਖ ਦਾ। ਹੁਣ ਜੇ ਆਪਣੀ ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀ ਲਿਖਣ ਪੜ੍ਹਨ ਦੀ ਗੱਲ ਕਰੀਏ ਕਿ ਤੁਸੀਂ ਕਦੋਂ ਮਹਿਸੂਸ ਕੀਤਾ, ਜ਼ਿੰਦਗੀ ਦੇ ਕਿਹੜੇ ਹਿੱਸੇ 'ਚ ਮਹਿਸੂਸ ਕੀਤਾ ਕਿ ਤੁਹਾਡੇ ਅੰਦਰ ਇੱਕ ਤਖਲੀਕਾਰ ਮੌਜੂਦ ਹੈ? ਯਾਰ ਇੰਨੇ ਵੱਡੇ ਵੱਡੇ ਲਫ਼ਜ਼ ਇਸਤੇਮਾਲ ਕਰਕੇ ਮੈਨੂੰ ਤੁਸੀਂ ਸ਼ਰਮਿੰਦਾ ਨਾ ਕਰੋ। ਕੋਈ ਤਖਲੀਕਾਰ ਨਹੀਂ ਹੁੰਦਾ, ਇੰਝ ਹੀ ਹੈਗਾ ਕਿ ਤੁਹਾਡੇ 'ਚ ਹਰ ਜੀਅ ਦੇ ਵਿੱਚ ਰੱਬ ਨੇ ਕੋਈ ਨਾ ਕੋਈ ਕਣੀ ਪਾਈ ਹੁੰਦੀ ਹੈ। ਸਾਡੇ ਇੱਧਰ ਦੀ ਬਦਕਿਸਮਤੀ ਇਹ ਹੈ ਕਿ ਲੋਕਾਂ ਦੀ ਸਾਰੀ ਉਮਰਾਂ ਲੰਘ ਜਾਂਦੀਆਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰ ਸਕਦੇ ਸਾਂ, ਕਿਤੇ ਬਹੁਤਾ ਅਸੀਂ ਅੱਛਾ ਕੰਟਰੀਬਿਊਟ ਕਰ ਸਕਦੇ ਸਾਂ। ਅਤੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਦੋਂ ਉਹਦਾ ਲਿਖਣਾ ਸ਼ੁਰੂ ਕੀਤਾ। ਮੈਂ 7ਵੀਂ 8ਵੀਂ ਸਾਂ ਅਤੇ ਮੈਂ ਮਜ਼ਮੂਨ ਰੱਟਦਾ ਨਹੀਂ ਹੁੰਦਾ ਸਾਂ, ਮੈਂ ਮਜ਼ਮੂਨ ਆਪਣੇ ਆਪ ਲਿਖਣਾ ਹੁੰਦਾ ਸਾਂ, ਕਹਾਣੀਆਂ ਆਪ ਲਿਖਣਾ ਹੁੰਦਾ ਸਾਂ। ਅਤੇ ਮੇਰਾ ਖਿਆਲ ਹੈ ਕਿ ਮੈਂ 10ਵੀਂ ਸਾਂ ਅਤੇ SM ਜ਼ਫਰ ਹੋਰਾਂ ਦਾ ਨਿਕਲਦਾ ਸੀ ਰਿਸਾਲਾ ਬੁਨਿਆਦੀ ਹਕੂਕ। ਪਹਿਲਾ ਮੇਰਾ ਜਿਹੜਾ ਆਰਟੀਕਲ ਸੀ ਨਾ ਉਹਦੇ ਵਿੱਚ ਛਪਿਆ ਸੀ ਜੀ, 89-90 ਦੀ ਗੱਲ ਹੀ ਹੈ, ਉਹਦੇ ਵਿੱਚ ਛਪਿਆ ਸੀ। ਤੇ ਉਹਦੇ ਬਾਅਦ ਫਿਰ ਅਸੀਂ ਹੌਲੀ ਹੌਲੀ ਸਫ਼ਰ ਆਪਣਾ ਜਿਹੜਾ ਉਹ ਜਾਰੀ ਰੱਖਿਆ ਤੁਸੀਂ। ਅੱਛਾ, ਆਫਤਾਬ ਇਕਬਾਲ ਜਿਹੜੇ ਨੇ ਉਹਨਾਂ ਦੇ ਨਾਲ ਵੀ ਕੁਝ ਦੇਰ ਕੰਮ ਕੀਤਾ ਹਿਸਟਰੀ ਦੇ ਹਵਾਲੇ ਨਾਲ, ਲਾਹੌਰ ਦੀ ਹਿਸਟਰੀ ਦੇ ਹਵਾਲੇ ਨਾਲ, ਪਾਕਿਸਤਾਨ ਦੇ ਹਵਾਲੇ ਨਾਲ, ਤੁਹਾਡਾ ਉਹ ਕੈਸਾ ਤਜਰਬਾ ਰਿਹਾ? ਆਫਤਾਬ ਸਾਹਿਬ ਬੜੇ ਕਮਾਲ ਇਨਸਾਨ ਹੈਗੇ ਨੇ, ਬੜੇ ਜਾਣੂ ਗਿਆਨੀ। ਉਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਮੈਂ ਕਿਸ ਵੇਲੇ ਕਿਸ ਬੰਦੇ ਕੋਲ ਕਿਹੜਾ ਕੰਮ ਲੈਣਾ ਹੈਗਾ। ਉਹ ਇੱਕ ਮੋਸਟ ਪ੍ਰੋਫੈਸ਼ਨਲ ਹੈ, ਕੰਮ ਉਹਨਾਂ ਕੋਲ ਇੰਨੇ ਜ਼ਿਆਦਾ ਹੈਗੇ ਨੇ। ਉਹਦੀ ਵਜ੍ਹਾ ਤੋਂ ਮੇਰੇ ਨਾਲ ਜਿਹੜਾ ਕੋਈ ਇੱਕ ਮਿਊਚੁਅਲ ਉਹਨਾਂ ਦਾ ਪ੍ਰੋਜੈਕਟ ਹੀ ਹੋ ਜਾਏ ਸ਼ਾਇਦ ਸਾਈਡ 'ਤੇ ਪਿਆ ਹੈ, ਕਿਉਂਕਿ ਬਹੁਤ ਸਾਰੇ ਕੰਮ ਇੱਕ ਵੇਲੇ 'ਚ ਕਰ ਰਹੇ ਹੁੰਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਜਿਸ ਬੰਦੇ ਨੇ ਵੀ ਕੋਈ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕੁਝ ਕੰਮ ਕਰਨਾ ਹੈ, ਅਤੇ ਮੈਂ ਉਹਨਾਂ ਦੇ ਨਜ਼ਰੀਆਤ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਨਾਲ ਤੁਸੀਂ ਵੀ ਇਖਤਲਾਫ ਕਰ ਸਕਦੇ ਹੋ, ਮੈਂ ਵੀ ਬਹੁਤ ਸਾਰੀ ਸ਼ੈਵਾਂ ਨਾਲ ਇਖਤਲਾਫ ਕਰਦਾ ਹੋਵਾਂਗਾ, ਉਹ ਹਰ ਬੰਦੇ ਦਾ ਇੱਕ ਆਪਣਾ ਹੁੰਦਾ ਹੈ। ਲੇਕਿਨ ਕੰਮ ਦੀ ਜਾਣਕਾਰੀ ਲੈਣ ਵਾਸਤੇ ਜੇ ਤੁਸੀਂ ਆਫਤਾਬ ਸਾਹਿਬ ਦੇ ਨਾਲ 1 ਸਾਲ ਕੰਮ ਕਰ ਲਓ ਅਤੇ ਉਹ ਕਾਫੀ ਡਾਂਟਦੇ ਡੂੰਟਦੇ ਵੀ ਨੇ, ਸਟਾਫ ਉਹਨਾਂ ਦਾ ਡਰਦਾ ਵੀ ਉਹਨਾਂ ਕੋਲ, ਲੇਕਿਨ ਹੈ ਕਿ ਉਹ 1 ਸਾਲ ਦੇ ਵਿੱਚ ਬੰਦਿਆਂ ਨੂੰ ਬਹੁਤ ਕੁਝ ਸਿਖਾ ਦਿੰਦਾ। ਤੁਹਾਨੂੰ ਵੀ ਡਾਂਟਿਆ ਉਹਨਾਂ ਨੇ? ਨਹੀਂ, ਮੇਰੀ ਖੁਸ਼ਕਿਸਮਤੀ ਇਹੀ ਹੈ ਕਿ ਮੈਂ ਉਹਨਾਂ ਦੀ ਡਾਂਟ ਤੋਂ ਬਚੇ ਰਿਹਾ ਹਾਂ। ਮੈਨੂੰ ਨਹੀਂ ਹੁੰਦਾ ਉਹਨਾਂ ਨੇ ਡਾਂਟਿਆ, ਬਸ ਉਹ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਪਿਆਰ ਕਰਦੇ ਨੇ। ਅਤੇ ਚੂँਕਿ ਸਾਡਾ ਕੰਮ ਵੀ ਥੋੜ੍ਹਾ ਜਿਹਾ ਹਿਸਟਰੀ ਦੇ ਉੱਤੇ ਸੀ, ਡਾਇਲੋਗ ਵਿਦ ਹਿਸਟਰੀ, ਅਸੀਂ ਉਹਨਾਂ ਦੇ ਨਾਲ ਪ੍ਰੋਜੈਕਟ ਕੀਤਾ ਸੀ, ਕੁਝ ਕੰਮ ਸਾਡਾ ਹੈ ਪੈਂਡਿੰਗ। ਉਹ ਦੇਖੋ ਲੇਟਰ ਕਿਸ ਵੇਲੇ ਉਹ ਫਾਰਿਗ ਹੋਣਗੇ ਅਤੇ ਉਹਨੂੰ ਦੇਖਦੇ ਹਾਂ, ਫਿਰ ਦੁਬਾਰਾ ਸ਼ੁਰੂ ਕਰੋਗੇ? ਹਾਂਜੀ, ਹੋਪਫੁਲੀ ਇਨਸ਼ਾਅੱਲਾ। ਤੁਸੀਂ ਕਹਾਣੀ ਲਿਖਣ ਵਿੱਚ ਆਸਾਨੀ ਮਹਿਸੂਸ ਕਰਦੇ ਹੋ, ਸ਼ਾਇਰੀ ਕਰਨ ਵਿੱਚ ਜਾਂ ਖੋਜਕਾਰੀ ਵਿੱਚ, ਕਿਸ ਕੰਮ ਵਿੱਚ ਜ਼ਿਆਦਾ? ਤੁਸੀਂ ਜਿਹੜੇ ਬਹੁਤ ਸਾਰੇ ਆਰਟੀਕਲਸ ਨੇ, ਤਕਰੀਬਨ ਸੈਂਕੜਿਆਂ ਦੇ ਹਿਸਾਬ ਨਾਲ ਮੁਖਤਲਿਫ ਅਖਬਾਰਾਂ ਰਸਾਲਿਆਂ ਦੇ ਵਿੱਚ ਵੀ ਛਪ ਚੁੱਕੇ ਨੇ, ਲੇਕਿਨ ਤੁਸੀਂ ਕਿਸ ਕੰਮ ਦੇ ਵਿੱਚ ਆਸਾਨੀ ਮਹਿਸੂਸ ਕਰਦੇ ਹੋ? ਵੈਸੇ ਤਾਂ ਤੁਸੀਂ ਮਾਸ਼ਾਅੱਲਾ ਬਹੁਤ ਚੀਜ਼ਾਂ ਨੂੰ ਸਮਝਦੇ ਹੋ, ਕਰਦੇ ਹੋ ਸਾਰਾ ਕੁਝ, ਲੇਕਿਨ ਇੱਕ ਹੁੰਦਾ ਨਾ ਕਿ ਇਨਸਾਨ ਇੱਕ ਸੌਖ ਮਹਿਸੂਸ ਕਰਦਾ ਹੈ ਜਾਂ ਆਸਾਨੀ ਨਾਲ ਉਹਨੂੰ? ਯਾਰ ਸੌਖਾ ਦਾ ਵਰਡ ਤਾਂ ਸ਼ਾਇਦ ਨਹੀਂ ਮੁਨਾਸਿਬ ਰਹੇਗਾ। ਮੇਰਾ ਖਿਆਲ ਹੈ ਕਿ ਕਿਸ ਕੰਮ ਦੇ ਵਿੱਚ ਤੁਹਾਨੂੰ ਬਹੁਤ ਮਜ਼ਾ ਆਉਂਦਾ ਹੈਗਾ। ਹਾਂ, ਚਲੋ। ਸੋ ਆਈ ਲਵ ਫਿਕਸ਼ਨ। ਲਾਹੌਰ ਦੇ ਉੱਤੇ ਤਾਂ ਮੈਨੂੰ ਇਹ ਲੱਗਦਾ ਨਾ ਕਿ ਇੱਕ ਲਾਹੌਰ ਦਾ ਵਾਸੀ ਹੋਣ ਦੇ ਕਾਰਨ ਜਿਹੜਾ ਬੰਦਾ ਵੀ ਲਾਹੌਰ ਨਾਲ ਜੁੜਿਆ ਹੈ ਉਹਨੂੰ ਕਿਧਰੇ ਨਾ ਕਿਧਰੇ ਲਾਹੌਰ ਨੂੰ ਬਚਾਉਣ ਦੀ, ਉਹਦੀ ਰਹਿਤਲ ਦੀ, ਉਹਦੀ ਵਸੋਂ ਦੀ, ਉਹਦੀ ਬਿਲਡਿੰਗਸ, ਲਿਟਰੇਚਰ, ਕਿਸੇ ਵੀ ਸ਼ੈ ਨੂੰ ਬਚਾਉਣ ਦੀ ਹਰ ਬੰਦੇ ਨੂੰ ਕੋਈ ਨਾ ਕੋਈ ਕੰਟਰੀਬਿਊਟ ਕਰਨਾ ਚਾਹੀਦਾ ਹੈਗਾ। ਉਹ ਮਾੜਾ ਮੋਟਾ ਤਾਂ ਅਸੀਂ ਕਰ ਰਹੇ ਹੈਗੇ, ਲੇਕਿਨ ਜਿਹੜਾ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਉਹ ਫਿਕਸ਼ਨ ਦੇ ਵਿੱਚ ਆਉਂਦਾ ਹੈ। ਫਿਕਸ਼ਨ ਦੇ ਵਿੱਚ ਤੁਸੀਂ ਦੋਵੇਂ ਸ਼ੈਵਾਂ ਲੈ ਸਕਦੇ ਹੋ ਕਿ ਸ਼ਾਰਟ ਸਟੋਰੀ ਵੀ ਅਤੇ ਨੋਵਲਟ ਵੀ। ਉਹ ਮੈਨੂੰ ਆਈ ਲਵ। ਅੱਛਾ, ਤੁਸੀਂ ਪੰਜਾਬੀ ਵੱਲ ਹੀ ਕਿਉਂ ਆਏ? ਤੁਸੀਂ ਦੂਸਰਾ ਉਰਦੂ 'ਚ ਵੀ ਮਾਸਟਰਸ ਕੀਤਾ ਹੋਇਆ, LLB ਵੀ ਕੀਤਾ ਹੋਇਆ, MBA ਵੀ ਕੀਤਾ ਹੋਇਆ, ਅਤੇ ਪੰਜਾਬੀ ਵੱਲ ਹੀ ਕਿਉਂ ਆਏ? ਇਹਦੀ ਕੀ ਵਜ੍ਹਾ ਬਣੀ? ਚਾਂਦ ਸਾਹਿਬ, ਮੈਂ ਨਾ ਬੁਨਿਆਦੀ ਤੌਰ 'ਤੇ
ਕੰਮ ਕਰ ਰਿਹਾ ਸਾਂ ਕੁਝ ਲਾਹੌਰ ਦੀ ਪੁਰਾਣੀ ਬਿਲਡਿੰਗਸ ਉੱਤੇ। ਇਹ ਗੱਲ ਹੈਗੀ ਹੈ 99-2000 ਦੀ ਜੀ। ਤੇ ਉਸ ਵੇਲੇ ਨਾ ਐਨੀ ਅਵੇਲੇਬਿਲਿਟੀ ਨਹੀਂ ਸੀ ਕਿ ਤੁਸੀਂ 1 ਸੈਕਿੰਡ ਵਿੱਚ ਗੂਗਲ ਕਰਦੇ ਹੋ ਤੇ ਹਰ ਸ਼ੈ ਤੁਹਾਡੇ ਸਾਹਮਣੇ ਆ ਜਾਂਦੀ ਹੈ, ਤੇ ਤੁਹਾਨੂੰ ਕਿਤਾਬਾਂ ਵਾਸਤੇ ਬੜੀ ਜਾਨ ਮਾਰਨੀ ਪੈਂਦੀ ਸੀ, ਇੱਧਰ ਉੱਧਰ ਜਾਣਾ ਪੈਂਦਾ ਸੀ। ਤੇ ਉਹ ਮੇਰੇ ਇੱਕ ਸਰ ਨੇ, ਪ੍ਰੋਫੈਸਰ ਤਾਰਿਕ ਮਕਬੂਲ, ਅੱਜ ਕੱਲ੍ਹ ਉਹ ਕੈਨੇਡਾ ਹੁੰਦੇ ਨੇ, ਮੈਨੂੰ ਉਹਨਾਂ ਦੇ ਰਾਹੀਂ ਐਕਸੈਸ ਹੋਈ ਨਜਮ ਹੁਸੈਨ ਸੈਯਦ ਦੇ ਕੋਲ। ਉਹਨਾਂ ਕੋਲ ਇੱਕ ਕਿਤਾਬ ਸੀ ਪੰਜਾਬ ਇਨ 17th ਸੈਂਚੁਰੀ, ਚੇਤਨ ਸਿੰਘ ਦੀ। ਤੇ ਮੈਂ ਕੁਝ ਰਾਵੀ ਦੇ ਉੱਤੇ ਥੋੜ੍ਹਾ ਜਿਹਾ ਲਿਖਣਾ ਚਾਹ ਰਿਹਾ ਸਾਂ, ਇਹੋ ਜਿਹੇ ਰੈਫਰੈਂਸਿਸ ਉਹਦੇ 'ਚ ਮੌਜੂਦ ਸਨ। ਉਹ ਮੈਂ ਉੱਥੇ ਚਲਾ ਗਿਆ, ਉਹਨਾਂ ਦੀ 49 ਜੇਲ ਰੋਡ 'ਤੇ ਸੰਗਤ 'ਤੇ। ਉਹਨਾਂ ਦਿਨਾਂ 'ਚ ਜੋ ਵਾਰਿਸ ਸ਼ਾਹ ਪੜ੍ਹਾ ਰਹੇ ਸਨ, ਹੀਰ ਵਾਰਿਸ ਸ਼ਾਹ। ਉਹ ਮੈਨੂੰ ਪਹਿਲੇ 6 ਮਹੀਨੇ ਤੇ ਇਹ ਹਿੰਮਤ ਹੀ ਨਹੀਂ ਹੋਈ ਕਿ ਐਡੇ ਵੱਡੇ ਬੰਦੇ ਕੋਲ ਮੈਂ ਜਾ ਕੇ ਪੁੱਛਾਂ ਕਿ ਸਰ ਮੈਨੂੰ ਕਿਤਾਬ ਚਾਹੀਦੀ ਹੈ। ਹੁਣ ਦੇ स्टूडेंट्स बहुत लिबरल है ना, वो दूसरे दिन ही कहते हैं कि सर ये आपने क्या कर दिया, ये तो हमें इस तरह नहीं है वो। तो 6 ਮਹੀਨੇ ਤੇ ਮੈਂ ਮੇਰੇ ਆ ਕੇ ਮੈਂ ਉਹਨਾਂ ਨੂੰ ਇਹ ਕਹਾਂਗੀ ਜੀ ਮੈਂ ਤੁਹਾਡੇ ਕੋਲ ਕਿਤਾਬ ਲੈਣ ਆਇਆ। ਉਹ ਮੁਸਲਸਲ 6 ਮਹੀਨੇ ਜੁਮੇ ਦੇ ਜੁਮੇ ਜਾ ਕੇ ਹੀਰ ਵਾਰਿਸ ਸ਼ਾਹ ਜਿਸ ਵੇਲੇ ਮੈਂ ਪੜ੍ਹੀ ਤੇ ਮੈਨੂੰ ਇਹ ਸਮਝ ਲੱਗੀ ਕਿ ਮੇਰੀ ਆਪਣੀ ਬੋਲੀ ਐਨੀ ਤਾਕਤਵਰ ਹੈਗੀ, ਐਨੀ ਪਾਵਰਫੁਲ ਹੈਗੀ ਹੈ, ਐਡੀ ਪੁਰਾਣੀ ਬੋਲੀ ਹੈ ਇੱਧਰ ਦੀ, ਤੇ ਮੈਨੂੰ ਕਿਉਂ ਨਹੀਂ ਇਹਦੇ 'ਚ ਕੰਮ ਕਰਨਾ ਚਾਹੀਦਾ ਹੈਗਾ। ਫਿਰ ਹੀਰ ਵਾਰਿਸ ਸ਼ਾਹ ਨੇ ਮੇਰੇ ਤੋਂ ਬਹੁਤ ਸਾਰੇ ਜਿਹੜੇ ਸ਼ੈਵਾਂ ਸਨ ਉਹ ਕਲੀਅਰ ਕੀਤੀਆਂ ਕਿ ਇਸ ਤਰ੍ਹਾਂ ਸਾਨੂੰ ਇੱਥੇ ਕਹਿ ਦਿੱਤਾ ਜਾਂਦਾ ਕਿ ਇੱਕ ਹੈ ਬਸ ਜੀ ਹੈ ਤੇ ਉੱਤੀ ਦੀ ਗੱਲਾਂ ਨੇ ਤੇ ਸਮਝ ਹੀ ਨਹੀਂ ਆ ਸਕਦੀਆਂ। ਉਹ ਜਿਵੇਂ ਉਹਨਾਂ ਵਿਚਾਰਿਆਂ ਦੀ ਕਬਰਾਂ ਦੇ ਉੱਤੇ ਚਾਦਰਾਂ ਪਾ ਦਿੱਤੀਆਂ, ਉਹਨਾਂ ਦੀ ਲਿਖਤਾਂ ਦੇ ਉੱਤੇ ਵੀ ਚਾਦਰਾਂ ਪਾ ਦਿੱਤੀਆਂ ਗਈਆਂ ਨੇ। ਜਿਹੜੇ ਪੜ੍ਹੀ ਤੋਂ ਮੈਨੂੰ ਲੱਗਿਆ ਕਿ ਉਹ ਤੇ ਬਹੁਤ ਪੋਲੀਟੀਕਲ, ਬਹੁਤ ਸੋਸ਼ਲ ਤੇ ਰਿਵੋਲਟ ਹੈਗਾ ਪੂਰੇ ਉਸ ਵੇਲੇ ਦਾ। ਉਹ ਕਿਹੜੀ ਮੇਲ ਵੰਡ ਉਸ ਬੰਦੇ ਨੇ ਨਹੀਂ ਦੱਸੀ। ਫਿਰ ਇੰਨਾ ਜਾਣੂ, ਫਿਰ ਇੰਨੇ ਐਕਸੈਂਟ ਜਿਹੜੇ ਸਨ, ਫਿਰ ਸ਼ੈਵਾਂ ਦੀ ਇੰਨੀ ਇਲਮੀਅਤ ਸੀ ਕਿ ਜੇ ਉਹ ਸੱਪਾਂ ਦੀ ਕਿਸਮਾਂ ਦੱਸਣ ਤੇ ਆਏ ਨੇ ਤੇ 100 ਕਿਸਮਾਂ ਉਹਨਾਂ ਨੇ ਸੱਪਾਂ ਦੀ ਦੱਸ ਦਿੱਤੀਆਂ। ਰਾਗਾਂ ਦੇ ਦੱਸਣ ਆਏ ਨੇ ਤੇ ਪਤਾ ਨਹੀਂ ਕਿਹੜੇ ਰਾਗ ਉਹਨਾਂ ਨੇ ਦੱਸੇ, ਭਾਂਡਿਆਂ ਦੀਆਂ ਕਿਸਮਾਂ, ਮਠਿਆਈ ਦੀਆਂ ਕਿਸਮਾਂ, ਉਹ ਅਣਗਿਣਤ। ਤੇ ਉਹਨਾਂ ਨੇ ਜਿਹੜਾ ਹੈ ਵੇ ਕਿ ਉਹਦੇ ਵਿੱਚ ਹੀਰ ਨੂੰ ਤੇ ਰਾਂਝੇ ਦੇ ਜਿਹੜੇ ਕੈਰੈਕਟਰਸ ਹੈਗੇ ਨੇ, ਇਹਨਾਂ ਨੂੰ ਸਮਾਜ ਨੂੰ ਇੱਕ ਸਾਈਡ ਤੇ ਰੱਖ ਕੇ ਉਹਨਾਂ ਨੇ ਇੱਕ ਰਿਵੋਲਟ ਦੀ ਸ਼ਕਲ ਦਿੱਤੀ, ਸ਼ੈਵਾਂ ਨੂੰ ਸਮਝਾਉਣ ਦੀ ਸ਼ਕਲ ਦਿੱਤੀ। ਫਿਰ ਮੈਨੂੰ ਇਹ ਲੱਗਿਆ ਕਿ ਨਹੀਂ ਯਾਰ, ਲਿਖਣਾ ਚਾਹੀਦਾ ਹੈ, ਹੁਣ ਪੰਜਾਬੀ 'ਚ ਲਿਖਣਾ ਚਾਹੀਦਾ। ਫਿਰ ਉਹਦੇ ਵਿੱਚ ਨਜਮ ਸਾਹਿਬ ਦਾ ਬਹੁਤ ਜ਼ਿਆਦਾ ਕ੍ਰੈਡਿਟ ਹੈ ਕਿ ਮੈਂ ਉਰਦੂ ਲਿਖਣਾ ਸਾਂ, ਮੈਨੂੰ ਪੰਜਾਬੀ ਦਾ ਪਤਾ ਵੀ ਨਹੀਂ ਸੀ, ਮੈਨੂੰ ਪੰਜਾਬੀ ਦਾ ਡਿਕਸ਼ਨ ਵੀ ਨਹੀਂ ਸੀ ਸਮਝ ਸੀ, ਨਾ ਪੰਜਾਬੀ ਦੀ ਇਮਲਾ ਮੈਨੂੰ ਆਉਂਦੀ ਸੀ। ਤੇ ਫਿਰ ਮੈਂ ਨਜਮ ਸਾਹਿਬ ਨੇ ਇਨਕਰੇਜਮੈਂਟ ਬਹੁਤ ਦਿੱਤੀ, ਮਕਸੂਦ ਸਾਕਿਬ ਨੇ। ਫਿਰ ਲੇਟਰ ਪੀਰੀਅਡ ਦੇ ਵਿੱਚ ਬਹੁਤ ਸਾਰੇ ਮਾਮਲਿਆਂ ਵਿੱਚ ਮੈਨੂੰ ਪਾਲ ਸਾਹਿਬ ਜਿਹੜੇ ਨੇ, ਮੈਨੂੰ ਕਦੀ ਕੋਈ ਮਸਲਾ ਬਣਦਾ ਗਿਆ ਤੇ ਉਹ ਮੈਂ ਉਹਨਾਂ ਕੋਲੋਂ ਇਮਲਾ ਦੇ ਮਸਲੇ ਮਸਾਇਲ ਪੁੱਛ ਲੈਂਦਾ ਹੈਗਾ ਵਾਂ। ਤੇ ਫਿਰ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਤੋਂ ਮੈਂ ਪੰਜਾਬੀ 'ਚ ਆ ਗਿਆ। ਅੱਛਾ, ਤੁਸੀਂ ਜਿਸ ਤਰ੍ਹਾਂ ਮਾਸ਼ਾਅੱਲਾ ਜ਼ਿੰਦਗੀ ਦਾ ਜਿਹੜਾ ਉਹ ਹੀਰ ਵਾਰਿਸ ਸ਼ਾਹ ਪਹਿਲੀ ਦਫਾ ਤੁਸੀਂ ਸੁਣੀ ਤੇ ਉਹਨੂੰ ਪੜ੍ਹਿਆ, ਆਪਣਾ ਜਿਹੜੇ ਇਸ ਪਾਸੇ ਆਏ। ਅੱਛਾ, ਅੱਜ ਦੀ ਨੌਜਵਾਨ ਨਸਲ ਕਿਉਂ ਇਸ ਚੀਜ਼ ਤੋਂ ਦੂਰ ਹੁੰਦੀ ਜਾ ਰਹੀ, ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ, ਆਪਣੀ ਜ਼ੁਬਾਨ ਤੋਂ ਹੀ ਆਪਣੇ ਆਪ ਨੂੰ ਜਿਹੜੇ ਨਾ ਉਹ ਦੂਰ ਹੁੰਦੀ ਜਾ ਰਹੀ ਹੈ ਕਿ ਉਹ ਨਾ ਹੀ ਉਹ ਇਹਨੂੰ ਸੁਣਨਾ ਚਾਹੁੰਦੀ ਹੈ, ਨਾ ਹੀ ਇਹਨੂੰ ਪੜ੍ਹਨਾ ਚਾਹੁੰਦੀ ਹੈ। ਸਿਰਫ ਗਾਣਿਆਂ ਦੀ ਹੱਦ ਤੱਕ ਹੈ ਕਿ ਗਾਣੇ ਉਹ ਸੁਣਨਾ ਚਾਹੁੰਦੇ ਨੇ, ਚਾਹੇ ਉਹ ਕੋਕ ਸਟੂਡੀਓ ਹੋ ਜਾਏ ਜਾਂ ਕੋਈ ਵੀ ਫੋਕ ਸਟੂਡੀਓ ਹੋ ਜਾਏ। ਦੇਖੋ, ਇਹ ਤੁਹਾਨੂੰ ਇਹਨੂੰ ਹਿਸਟੋਰੀਕਲੀ ਦੇਖਣਾ ਪਏਗਾ ਕਿ ਗੋਰਿਆਂ ਨੇ ਜਿਸ ਵੇਲੇ ਪੰਜਾਬ ਦੀ ਵੰਡ ਕੀਤੀ, ਉਹਦੇ ਬਾਅਦ ਉਹਨਾਂ ਨੇ ਕਿਹੜੀ ਬੋਲੀ ਲਾਗੂ ਇੱਥੇ ਕੀਤੀ, ਫਿਰ ਉਹਨਾਂ ਨੇ ਕਿਹੜੀ ਬੋਲੀਆਂ ਨੂੰ ਸਟੇਟਸ ਦਾ ਸਿੰਬਲ ਬਣਾਇਆ ਕਿ ਆਪਣੇ ਵੇਲੇ ਜਿਹੜੇ ਲੋਕ ਅੰਗਰੇਜ਼ੀ ਬਹੁਤ ਬੋਲਦੇ ਸਨ ਉਹ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਤੇ ਚੰਗੇ ਮੰਨੇ ਜਾਂਦੇ ਸਨ, ਖਲਕਤ ਵਿੱਚ ਵੀ ਉਹਨਾਂ ਦਾ ਬੜਾ ਰੋਬ ਦਾਬਾ ਹੈਗਾ ਸੀ। ਤੇ ਪੰਜਾਬੀ ਨੂੰ ਇੰਝ ਦੀ ਸ਼ਕਲ ਦਿੱਤੀ ਗਈ ਕਿ ਜਿਵੇਂ ਇੱਕ ਹੇਠਲੇ ਮੇਲ ਦੀ, ਇਲਿਟਰੇਟ ਲੋਕਾਂ ਦਾ ਸਾਰਾ ਹੈ ਕੰਮ ਨਾ। ਇੱਕ ਚੀਜ਼। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਕੋਕ ਸਟੂਡੀਓ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਦੈਨ ਯੂ ਹੈਵ ਟੂ ਲਰਨ ਕਿ ਕੋਕ ਸਟੂਡੀਓ ਕਰ ਕੀ ਰਿਹਾ ਹੈ। ਕੋਕ ਸਟੂਡੀਓ ਦੇ ਮਗਰ ਤੇ ਇੱਕ ਬਹੁਤ ਵੱਡਾ ਬਜਟ ਹੈਗਾ। ਉਹਨਾਂ ਦਾ ਜਿਹੜਾ ਐਡਵਰਟਾਈਜ਼ਮੈਂਟ ਦਾ ਬਜਟ ਹੈਗਾ, ਉਹ ਦੁਨੀਆ ਦੇ ਕਈ ਛੋਟੇ ਮੁਲਕਾਂ ਦੇ ਬਜਟ ਤੋਂ ਜ਼ਿਆਦਾ ਬਜਟ ਹੈਗਾ। ਉਹ ਕੀ ਸਿਰਫ ਕੋਕ ਸਟੂਡੀਓ ਰਿਕਾਰਡਿੰਗ ਹੋ ਜਾਂਦੀ ਹੈ ਤੇ ਉਹ ਚੱਲ ਪੈਂਦਾ? ਨਹੀਂ, ਉਹ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੇ ਇਸ਼ਤਿਹਾਰ ਆ ਰਹੇ ਨੇ, YouTube ਦੇ ਉੱਤੇ ਉਹ ਚੱਲ ਰਹੀਆਂ ਨੇ ਸਾਰੀਆਂ ਸ਼ੈਵਾਂ, ਉਹ ਜਿਹੜੇ TV ਦੇ ਉੱਤੇ ਐਡਵਰਟਾਈਜ਼ਮੈਂਟਸ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੇ ਐਸੇ ਕਰਕੇ ਤਾਂ ਉਹਨਾਂ ਦੀ ਰੇਟਿੰਗਸ ਬਣਦੀ ਹੈ ਨਾ ਕਿ ਉਹਨਾਂ ਦੇ ਜਿਹੜੇ ਵਿਊਜ਼ ਹੈਗੇ ਨੇ ਜਾਂ ਉਹਨਾਂ ਨੂੰ ਜਿਹੜਾ ਸਬਸਕ੍ਰਾਈਬ ਕੀਤਾ ਜਾਂਦਾ ਹੈ, ਇਹ ਸਾਰੀ ਸ਼ੈਵਾਂ ਨਾਲ ਪੈਰਲਲ ਚੱਲ ਰਹੀਆਂ ਨੇ। ਰਹੀ ਗੱਲ ਨਵੀਂ ਪੀੜ੍ਹੀ ਦੀ ਜਾਂ ਇਹਨਾਂ ਸਾਰੀ ਸ਼ੈਵਾਂ ਦੀ, ਤੇ ਉਹਦੇ ਵਿੱਚ ਸਾਨੂੰ ਸਾਰੇ ਟੂਲਸ ਦੇਖਣੇ ਪੈਣਗੇ। ਪਹਿਲਾਂ ਤਾਂ ਇਹ ਹੈਗਾ ਕਿ ਕਮ ਅਜ਼ ਕਮ ਜਿਹੜਾ ਹੈਗਾ ਇਹਨੂੰ ਪ੍ਰਾਇਮਰੀ ਜ਼ਿਕਰ ਲਾਜ਼ਮੀ ਕਰਾਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਤੁਸੀਂ ਸਿੰਧ ਦੇ ਚਲੇ ਜਾਓ, ਉੱਥੇ 100 ਨੰਬਰ ਦਾ ਪੇਪਰ ਹੈ 9ਵੀਂ ਦੇ ਵਿੱਚ। ਉਹ ਸ਼ਾਹ ਲਤੀਫ ਦੀ ਆਈਡੀਆਲੋਜੀ ਉਹਨਾਂ ਨੂੰ ਆਵੇ ਨਾ ਆਵੇ, ਉਹਦੀ ਫਿਲਾਸਫੀ ਸਮਝ ਲੱਗੇ ਨਾ ਲੱਗੇ,
ਲੇਕਿਨ ਕੋਈ ਬੰਦਾ ਇਹ ਨਹੀਂ ਕਹਿੰਦਾ ਹੈਗਾ ਕਿ ਮੇਰੇ ਕੋਲ ਸਿੰਧੀ ਪੜ੍ਹੀ ਨਹੀਂ ਜਾਂਦੀਗੀ। ਤੁਹਾਡੇ ਇੱਥੇ ਮਾਸਟਰਸ ਕਰਕੇ ਲੋਕ ਆ ਜਾਂਦੇ ਨੇ, ਉਹ ਕਹਿੰਦੇ ਨੇ ਸਾਡੇ ਕੋਲ ਪੰਜਾਬੀ ਪੜ੍ਹੀ ਨਹੀਂ ਜਾਂਦੀ। ਉਹਦੀ ਵਜ੍ਹਾ ਇਹ ਕਿ ਉਹਨਾਂ ਨੇ ਲਿਖੀ ਪੜ੍ਹੀ ਨਹੀਂ ਗਈ। ਅਦਰਵਾਈਜ਼ ਟੈਕਨੀਕਲ ਕੀ ਹੈਗਾ ਕਿ ਤੁਸੀਂ ਪੈਟਰੋਲ ਪਵਾਉਣਾ ਹੈਗਾ, ਤੁਸੀਂ ਪੰਜਾਬੀ 'ਚ ਪਵਾ ਰਹੇ ਹੋ, ਸਬਜ਼ੀ ਲੈਣੀ ਹੈ ਪੰਜਾਬੀ 'ਚ ਲੈ ਰਹੇ ਹੋ, ਸ਼ਾਪਿੰਗ ਕਰਨੀ ਤੁਸੀਂ ਪੰਜਾਬੀ 'ਚ ਕਰ ਰਹੇ ਹੋ। ਅਤੇ ਕਿਸ ਤਰ੍ਹਾਂ ਮੁਮਕਿਨ ਹੈ ਕਿ ਜਿਹੜੀ ਬੋਲੀ ਆਲੇ ਦੁਆਲੇ 24 ਘੰਟੇ ਹੈਗੀ ਹੈ ਤਾਂ ਤੁਹਾਡੇ ਕੋਲ ਪੜ੍ਹੀ ਨਾ ਜਾਏ, ਕਿਉਂਕਿ ਤੁਸੀਂ ਕਦੀ ਲਿਖੀ ਪੜ੍ਹੀ ਨਹੀਂ ਹੈਗੀ। ਪਹਿਲਾ ਕੰਮ ਤਾਂ ਇਹ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਉੱਥੋਂ ਲੈ ਕੇ ਆਉਣਾ ਚਾਹੀਦਾ। ਦੂਸਰੀ ਸ਼ੈ ਇਹ ਹੈ ਕਿ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਮੀਡੀਅਮਸ ਵਰਤੇ ਜਾ ਰਹੇ ਨੇ, ਰੇਡੀਓ ਦੇ ਉੱਤੇ ਵੀ ਤੁਹਾਨੂੰ ਪਤਾ ਹੈ ਕਿ ਹੁਣ ਪੰਜਾਬੀ ਦੇ ਕਾਫੀ ਸਾਰੇ ਪ੍ਰੋਗਰਾਮ ਸ਼ੁਰੂ ਹੋ ਗਏ ਨੇ, ਚੀਜ਼ਾਂ ਸ਼ੁਰੂ ਹੋ ਗਈਆਂ ਨੇ। ਇਦਾਰਿਆਂ ਨੇ, ਲਾਹੌਰ ਕਾਲਜ ਯੂਨੀਵਰਸਿਟੀ ਹੋ ਗਈ, ਲਮਸ ਨੇ ਵੀ, ਲਾਹੌਰ ਗ੍ਰਾਮਰ ਨੇ ਵੀ, ਇਹਨਾਂ ਨੇ ਵੀ ਸ਼ੈਵਾਂ ਸ਼ੁਰੂ ਕੀਤੀਆਂ ਹੋਈਆਂ ਨੇ। ਇਹ ਵੀ ਆਪਣੀ ਆਪਣੀ ਥਾਂ ਦਾ ਇੱਕ ਕੰਟਰੀਬਿਊਸ਼ਨ ਮੌਜੂਦ ਹੈਗਾ। ਐਵੇਂ ਹੀ ਜਿਸ ਤਰ੍ਹਾਂ ਤੁਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਅਤੇ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਬਜ਼ੁਰਗ ਸਨ ਦਿਲਦਾਰ ਪਰਵੇਜ਼ ਭੱਟੀ ਸਾਹਿਬ, ਉਹ ਪੰਜ ਨਦ ਕਰਦੇ ਸਨ, ਕਿੰਨਾ ਪਪੂਲਰ ਸੀ ਉਹ, ਇੱਧਰ ਵੀ ਪਪੂਲਰ ਸੀ, ਇੰਡੀਆ 'ਚ ਵੀ ਪਪੂਲਰ ਸੀ। ਅਤੇ ਉਹਦੀ ਵਜ੍ਹਾ ਇਹ ਹੈ ਕਿ ਉਹ ਬਿਲਕੁਲ ਲੋਕਾਂ ਦੇ ਨਾਲ ਜੁੜੇ ਸਨ, ਲੋਕਾਂ ਦੀ ਗੱਲਬਾਤ ਹੈਗੀ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਦੀ ਹੋਰ ਵੀ ਲੋੜ ਹੈਗੀ ਹੈ, ਹੋਰ ਥਾਵਾਂ ਦੇ ਉੱਤੇ ਵੀ ਇਹਦੀ ਇੰਝ ਦੀ ਕੰਟਰੀਬਿਊਸ਼ਨ ਦੀ ਲੋੜ ਹੋਣੀ ਚਾਹੀਦੀ। ਮੇਰਾ ਖਿਆਲ ਹੈ ਕਿ ਇਹਦੇ ਨਾਲ ਸਰਕਾਰ ਦਾ ਵੀ ਕੁਝ ਜਿਹੜਾ ਨਾ ਸਰਕਾਰੀ ਸਰਪ੍ਰਸਤੀ ਵੀ ਹੋਣਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਰਕਾਰ ਹੀ ਨਹੀਂ ਇਸ ਪਾਸੇ ਧਿਆਨ ਦੇਗੀ, ਉਹ ਕਿਸ ਤਰ੍ਹਾਂ ਯਾਨੀ ਕਿ ਅਪਲਾਈ ਹੋਏਗਾ ਸਾਰੀਆਂ ਚੀਜ਼ਾਂ ਇਹਨਾਂ ਦਾ, ਉਹਦੀ ਵੀ ਇੱਕ ਨਾ ਹੋਣਾ ਵੀ, ਸਰਕਾਰੀ ਸਰਪ੍ਰਸਤੀ ਨਾ ਹੋਣਾ ਵੀ ਸ਼ਾਇਦ ਜ਼ੁਬਾਨ ਦੇ। ਅੱਛਾ ਮੁਦੱਸਰ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਤੁਸੀਂ ਵੀ ਇਸਤੇਮਾਲ ਕਰਦੇ ਹੋ, ਇੱਕ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇੱਕ ਨਾ ਪੰਜਾਬੀ ਦੀ ਇੱਕ ਸ਼ਾਇਰਾ ਨੇ ਨਸਰੀਨ ਅੰਜੁਮ ਭੱਟੀ ਸਾਹਿਬਾ, ਤੁਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਹੋ, ਕਰੀਬ ਤੋਂ ਦੇਖਿਆ ਵੀ, ਉਹਨਾਂ ਬਾਰੇ ਕੁਝ ਅੱਜ ਕੱਲ੍ਹ ਨਾ ਕੁਝ ਗੱਲਾਂ ਹੋ ਰਹੀਆਂ ਨੇ। ਮੇਰਾ ਖਿਆਲ ਹੈ ਕਿ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਮੇਰਾ ਨੁਕਤਾ ਨਜ਼ਰ ਤੇ ਹੈ ਕਿ ਕਿਸੇ ਦੀ ਪਰਸਨਲ ਲਾਈਫ 'ਤੇ ਅਟੈਕ ਨਹੀਂ ਕਰਨਾ ਚਾਹੀਦਾ, ਕਿਸੇ ਦੀ ਜ਼ਾਤੀ ਜ਼ਿੰਦਗੀ ਬਾਰੇ। ਇੱਕ ਬੰਦੇ ਨੂੰ ਤੁਸੀਂ ਜਾਣਦੇ ਨਹੀਂ, ਦੇਖਿਆ ਹੀ ਨਹੀਂ, ਉਹਦੇ ਬਾਰੇ ਕਿਸ ਤਰ੍ਹਾਂ ਤੁਸੀਂ ਗੱਲ ਕਰ ਸਕਦੇ ਹੋ ਕਿ ਉਹਦਾ ਨੱਕ ਇਸ ਤਰ੍ਹਾਂ ਦਾ ਸੀ, ਕੰਨ ਇਸ ਤਰ੍ਹਾਂ ਦੇ ਸੀ, ਵਾਲ ਇਸ ਤਰ੍ਹਾਂ ਦੇ ਸੀ, ਜਾਂ ਕੁਝ ਇਸ ਤਰ੍ਹਾਂ ਚੀਜ਼ਾਂ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਉਹ ਸਾਡੇ 'ਚ ਹੀ ਬਹੁਤ ਸੀਨੀਅਰ ਪੰਜਾਬੀ ਦੇ ਕਹਾਣੀਕਾਰ, ਨਾਵਲ ਨਿਗਾਰ ਹੈਗੇ ਨੇ, ਨੈਣ ਸੁਖ ਸਾਹਿਬ, ਮੇਰੇ ਵੱਡੇ ਭਾਈਆਂ ਦੀ ਤਰ੍ਹਾਂ ਨੇ, ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਵਾ। ਉਹ ਡਿਫਰੈਂਟ ਐਕਸਪੀਰੀਅੰਸਿਸ ਕਰਦੇ ਰਹਿੰਦੇ ਨੇ। ਉਹਨਾਂ ਨੇ ਮਾਧੋ ਲਾਲ ਹੁਸੈਨ ਨਾਵਲ ਦੇ ਵਿੱਚ ਵੀ ਐਕਸਪੀਰੀਅੰਸ ਕੀਤਾ। ਉਸ ਵੇਲੇ ਵੀ ਬਹੁਤ ਲੰਮੀ ਚਰਚਾ ਇਸ ਗੱਲ ਦੇ ਉੱਤੇ ਹੋਈ ਕਿ ਇਹ ਕੋਈ ਨਾਵਲ ਦੀ ਸਿਨਫ ਵਿੱਚ ਆਉਂਦਾ ਵੀ ਹੈ ਕਿ ਨਹੀਂ ਆਉਂਦਾ। ਦੂਸਰੀ ਗੱਲ ਇਹ ਹੈ ਕਿ ਐਵੇਂ ਹੀ ਉਹਨਾਂ ਨੇ ਹੁਣ ਇਹ ਕਹਾਣੀਆਂ ਲਿਖੀਆਂ ਨੇ ਅਤੇ ਇਹਦੇ ਉੱਤੇ ਵੀ ਇਸ ਗੱਲ ਦੀ, ਨਸਰੀਨ ਆਪੀ ਦੇ ਇਲਾਵਾ ਇਸ ਗੱਲ ਦੀ ਵੀ ਡਿਸਕਸ਼ਨ ਨਾਲ ਚੱਲ ਰਹੀ ਹੈ ਕਿ ਚੂँਕਿ ਬਾਈ ਨੇਮ ਤੁਸੀਂ ਜਿਸ ਵੇਲੇ ਕਰੈਕਟਰਸ ਕਰਦੇ ਹੋ, ਉਹਦੇ ਵਾਸਤੇ ਮੁਹਾਂਦਰੇ ਜਾਂ ਉਰਦੂ ਜਿਸ ਤਰ੍ਹਾਂ ਸ਼ਖਸੀ ਖਾਕੇ ਹੁੰਦੇ ਨੇ ਉਹ ਲਿਖੇ ਜਾਂਦੇ ਨੇ, ਅਤੇ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੋਰ ਤਰੀਕੇ ਨਾਲ ਹੁੰਦੀ ਹੈ। ਇਹ ਸ਼ਾਰਟ ਸਟੋਰੀਜ਼ ਦੀ ਟਰਮ ਦੇ ਵਿੱਚ ਲਿਖਿਆ ਗਿਆ ਹੈ। ਇਹ ਆਪਣੀ ਥਾਂ 'ਤੇ ਕੁਐਸਚਨ ਹੈਗਾ। ਇਹ ਮੇਰਾ ਖਿਆਲ ਹੈ ਕੁਐਸਚਨ ਜਿਹੜਾ ਹੈ ਨੈਣ ਸੁਖ ਸਾਹਿਬ ਨੂੰ ਕਿਸੇ ਫੋਰਮ ਦੇ ਉੱਤੇ ਇਹਨੂੰ ਕਲੀਅਰ ਵੀ ਕਰਨਾ ਚਾਹੀਦਾ। ਜਿਹੜੀ ਗੱਲ ਤੁਸੀਂ ਕੀਤੀ ਹੈ, ਨਸਰੀਨ ਅੰਜੁਮ ਭੱਟੀ ਨੂੰ ਮੇਰੀ ਕਾਫੀ ਮੁਲਾਕਾਤਾਂ ਉਹਨਾਂ ਦੇ ਨਾਲ ਰਹੀਆਂ ਲਾਹੌਰ ਰੇਡੀਓ ਦੇ ਹਵਾਲੇ ਨਾਲ। ਮੈਂ ਜਿਸ ਵੇਲੇ ਮਿਊਜ਼ਿਕ ਦੇ ਉੱਤੇ ਰਿਸਰਚ ਕਰ ਰਿਹਾ ਸਾਂ ਕੁਝ ਉਸਤਾਦਾਂ ਦੀ ਲਾਈਫ ਦੇ ਉੱਤੇ, ਅਤੇ ਮੈਂ ਉਹਨਾਂ ਕੋਲ ਜਾਣਾ ਸਾਂ। ਬਹੁਤ ਕਮਾਲ ਔਰਤ ਸਾਂ, ਬਹੁਤ ਹੀ ਕਮਾਲ, ਅਤੇ ਬੜੀ ਹਿਊਮਨ। ਨੈਣ ਸੁਖ ਸਾਹਿਬ ਨੂੰ ਯਾਨੀ ਕਿ ਵਿਦ ਡਿਊ ਅਪੋਲੋਜੀ ਮੈਂ ਸਮਝਣਾ ਕਿ ਹਰ ਬੰਦੇ ਦਾ ਰਾਈਟ ਹੈਗਾ ਕਿ ਉਹ ਲਿਖ ਸਕਦਾ। ਮੈਂ ਕਿਸੇ ਬੰਦੇ ਨੂੰ ਇਹ ਨਹੀਂ ਕਹਿ ਸਕਦਾ ਕਿ ਜਨਾਬ ਤੁਸੀਂ ਇਹ ਸ਼ੈ ਲਿਖੋ ਅਤੇ ਇਹ ਨਾ ਲਿਖੋ, ਨਹੀਂ। ਜਿਸ ਬੰਦੇ ਕੋਲ ਪੈਨ ਹੈ ਉਹਦਾ ਪੂਰਾ ਰਾਈਟ ਹੈਗਾ। ਲੇਕਿਨ ਨੈਣ ਸੁਖ ਸਾਹਿਬ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਬਹੁਤ ਸੀਨੀਅਰ ਨੇ, ਉਹਨਾਂ ਦੀ ਬਹੁਤ ਮਾਨਤਾ ਹੈ, ਲੋਕ ਉਹਨਾਂ ਨੂੰ ਬਹੁਤ ਫੋਲੋ ਕਰਦੇ ਨੇ। ਮੇਰੇ ਇੱਕ ਮਿੱਤਰ ਹੈਗੇ ਨੇ, ਉਹ ਛੋਟੇ ਵੀਰ ਨੇ, ਉਹਨਾਂ ਦਾ ਨਾਵਲ ਆਇਆ ਲੋਹਾਵਰ ਇਜਾਜ਼ ਦਾ, ਅਤੇ ਤੁਸੀਂ ਜੇ ਮੈਂ ਇਜਾਜ਼ ਨੂੰ ਵੀ ਇਹ ਗੱਲ ਕਹੀ ਸੀ ਕਿ ਇਜਾਜ਼ ਮੈਨੂੰ ਲੱਗਦਾ ਕਿ ਬਿਲਕੁਲ ਨੈਣ ਸੁਖ ਦੇ ਅੰਗ 'ਚ ਲਿਖਿਆ ਗਿਆ। ਬਹੁਤ ਸਾਰੇ ਲੋਕ ਕਹਿੰਦੇ ਵੀ ਨੇ ਉਸ, ਅਤੇ ਇਟ ਮੀਨਸ ਕਿ ਨੈਣ ਸੁਖ ਸਾਹਿਬ ਨੂੰ ਰਿਅਲਾਈਜ਼ ਕਰਨਾ ਚਾਹੀਦਾ ਕਿ ਲੋਕੀ ਉਹਨਾਂ ਨੂੰ ਕਿੰਨਾ ਫੋਲੋ ਕਰਦੇ ਨੇ। ਫਿਰ ਕਿਸੇ ਵੀ ਸ਼ੈ ਨੂੰ ਇੰਝ ਬਾਹਰ ਲੈ ਕੇ ਆ ਜਾਣਾ, ਕਿਸੇ ਬੰਦੇ ਦੀ ਜ਼ਾਤੀ ਜ਼ਿੰਦਗੀ ਨੂੰ ਬਾਹਰ ਲੈ ਕੇ ਆ ਜਾਣਾ, ਉਹ ਆਇਆ ਦਰੁਸਤ ਹੈ ਕਿ ਨਹੀਂ ਹੈ, ਉਹ ਲਹਿਦਾ ਡਿਸਕਸ਼ਨ ਹੈ ਵੇ। ਹਰ ਬੰਦੇ ਦੀ ਸ਼ੈ, ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੇਸ਼ੁਮਾਰ ਘਾਟੇ ਹੁੰਦੇ ਨੇ, ਮੇਰੇ 'ਚ ਵੀ ਹੋਣਗੇ, ਹਰ ਬੰਦੇ 'ਚ ਹੋਣਗੇ। ਅਤੇ ਇਹਦਾ ਮਤਲਬ ਹੈਗਾ ਕਿ ਜੀ ਉਹਨਾਂ ਨੂੰ ਤੁਸੀਂ ਲਿਖ ਕੇ ਲੈ ਆਓ ਸਾਹਮਣੇ। ਇਹ ਕੁਐਸਚਨਸ ਹੈਗੇ ਨੇ। ਪਰਸਨਲੀ ਮੈਂ ਉਹਨਾਂ ਦੀ ਉਹ ਕਹਾਣੀ ਪੜ੍ਹੀ ਹੈ ਨਸਰੀਨ ਅੰਜੁਮ ਭੱਟੀ, ਅਤੇ ਮੈਨੂੰ ਬਹਰਹਾਲ ਬਹੁਤ ਤਕਲੀਫ ਹੋਈ ਹੈ। ਇਹ ਨਾ ਪਤਾ ਨਹੀਂ ਉਹਨਾਂ ਨੇ ਕਿਸ ਹਿਸਾਬ ਕਿਤਾਬ ਦੇ ਵਿੱਚ ਇਹ ਸਾਰੀਆਂ ਸ਼ੈਵਾਂ ਲਿਖੀਆਂ ਨੇ। ਉਹਨਾਂ ਨੇ ਜ਼ੁਬੈਰ ਰਾਣਾ ਨੂੰ ਜਿਸ ਤਰ੍ਹਾਂ ਓਪਨਲੀ ਲਿਖਿਆ, ਉਹਨਾਂ ਨੇ ਲਿਖਿਆ ਹੋਣਗੀਆਂ, ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਨੂੰ ਇਸ ਤਰ੍ਹਾਂ
ਲਿਖ ਕੇ ਬਾਈ ਨੇਮ ਕਰਨਾ ਮੇਰਾ ਨਹੀਂ ਖਿਆਲ ਕਿ ਇੰਨਾ ਮੁਸਤਨਦ ਤੇ ਫਿਰ ਉਹ ਇੰਨੇ ਮਿਹਨਤੀ ਹੈਗੇ ਨੇ। ਮੈਂ ਉਹਨਾਂ ਨੂੰ ਜਾਣਦਾ ਵਾਂ ਕਿ ਉਹ ਕਈ ਦਫਾ ਇੱਕ ਇੱਕ ਪੈਰਾਗ੍ਰਾਫ 10-10 ਸਫਾ ਲਿਖਦੇ ਨੇ, ਰੀਰਾਈਟ ਕਰਦੇ ਨੇ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕੋਈ ਸ਼ੈ ਭੁੱਲ ਚੁੱਕ ਨਾ ਲਿਖੀ ਹੈ। ਉਹਨਾਂ ਨੂੰ ਆਪਣੇ ਇੱਕ ਇੱਕ ਲਫ਼ਜ਼ ਹੀ ਕੌਮਾ ਤੱਕ ਦੀ ਸਮਝ ਹੈਗੀ ਹੈ। ਬਹੁਤ ਮਿਹਨਤੀ ਹੈਗੇ ਨੇ। ਉਹਨਾਂ ਨੇ ਇਹ ਕਿਉਂ ਕੀਤਾ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈਗਾ ਸੀ ਕਿ ਬੜੇ ਲੋਕ ਨਸਰੀਨ ਆਪੀ ਨੂੰ ਜਾਣਦੇ ਨੇ, ਬਹੁਤ ਸਾਰੇ ਲੋਕਾਂ ਦੇ ਗੁੱਸਾ ਵੀ ਹੈ, ਬੜੀ ਤਕਲੀਫ ਵੀ ਹੈ, ਬਹੁਤ ਤਕਲੀਫ ਹੈ ਲੋਕਾਂ ਨੂੰ। ਮਸ਼ਹੂਰ ਸ਼ਾਇਰ ਹੈ ਜੀ। ਤੇ ਮੁਦੱਸਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ, ਮਿਹਰਬਾਨੀ। ਲੋ ਦੋਸਤੋ, ਅੱਜ ਸਾਡੇ ਨਾਲ ਮੁਦੱਸਰ ਸਾਹਿਬ ਮੌਜੂਦ ਸਨ। ਤੁਸੀਂ ਉਹਨਾਂ ਦੇ ਕੋਲੋਂ ਲਾਹੌਰ ਦੀ ਹਿਸਟਰੀ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਬਾਰੇ ਜਾਣਕਾਰੀ ਹਾਸਲ ਕੀਤੀ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।